ਦੀ ਤਹਿਰੀਕ ਬਿਲਕੁਲ ਰਾਈਟਲੀ ਫਰਮਾਇਆ ਕਿ ਸ਼ੁਰੂ ਹੀ ਇੱਥੋਂ ਹੋਈ ਸੀ ਕਿ ਜਿਹੜੀ ਮੁਸ਼ੱਕਤ ਦੀ ਡਿਸਟ੍ਰੀਬਿਊਸ਼ਨ ਹੈ, ਵਰਕਲੋਡ ਹੈ, ਉਹ ਜੈਂਡਰ ਬੇਸ ਨਹੀਂ ਹੋਣਾ ਚਾਹੀਦਾ। ਉਹਦੇ ਬਾਅਦ ਫਿਰ ਸਾਨੂੰ ਫੈਮਿਨਿਜ਼ਮ ਦੇ ਨਾਲ ਸਾਨੂੰ ਸਰੀਅਲਿਜ਼ਮ ਨਜ਼ਰ ਆਉਂਦਾ ਹੈ। ਉਹਦੇ ਬਾਅਦ ਫਿਰ ਸਾਨੂੰ ਸਰੀਅਲਿਜ਼ਮ ਦੇ ਬਾਅਦ ਅਬਜ਼ਰਡਿਜ਼ਮ ਨਜ਼ਰ ਆਉਂਦਾ ਹੈ। ਹਾਲੀ ਅਬਜ਼ਰਡਿਜ਼ਮ ਅਸੀਂ ਐਕਸਪੀਰੀਅੰਸ ਕੀਤਾ ਹੀ ਸੀ ਕਿ ਹਰ ਚੀਜ਼ ਅਬਜ਼ਰਡਿਜ਼ਮ ਹੈ ਤੇ ਵਿੱਚ ਦਾਦਿਜ਼ਮ ਆ ਜਾਂਦਾ, ਜਿਹਦੇ ਵਿੱਚ ਉਹਨਾਂ ਨੇ ਆਖਿਆ ਜੀ ਆਰਟ ਕੀ ਚੀਜ਼ ਹੈ। ਉਹ ਕਮੋਡ ਲਿਆ ਕੇ ਸਟੇਜ ਤੇ ਉਹਨਾਂ ਰੱਖ ਦਿੱਤਾ, ਉਹਨਾਂ ਕਿਹਾ ਜੀ ਇਹ ਆਰਟ ਹੈ। ਉਹ ਜ਼ਿਆਦਾ ਚੱਲ ਨਹੀਂ ਸਕਿਆ। ਹੁਣ ਫੈਮਿਨਿਜ਼ਮ, ਅਬਜ਼ਰਡਿਜ਼ਮ, ਸਰੀਅਲਿਜ਼ਮ, ਦਾਦਿਜ਼ਮ ਦੇ ਬਾਅਦ ਸਾਡੇ ਕੋਲ ਕੁਏਰਿਜ਼ਮ ਆ ਜਾਂਦਾ ਹੈ। ਜਦੋਂ ਪਹਿਲੀ ਦਫਾ ਫਰਾਂਸ ਦੀਆਂ ਸੜਕਾਂ ਤੇ ਕੁਏਰ ਨਿਕਲੇ ਤੇ ਉਹਨਾਂ ਆਖਿਆ ਕਿ ਜੀ ਵੀ ਆਰ ਕੁਏਰ, ਵੀ ਆਰ ਹੇਅਰ, ਟੇਕ ਇਟ ਔਰ ਲੀਵ ਇਟ। ਉਹ ਕੀ ਕਹਿੰਦੇ ਸਨ? ਫੈਮਿਨਿਸਟ ਤੇ ਕਹਿੰਦੀਆਂ ਸਨ ਨਾ ਕਿ ਮਰਦ ਪਾਪੂਲੇਸ਼ਨ ਕੋਈ ਨਹੀਂ ਰਹੀ, ਸਾਨੂੰ ਬਾਹਰ ਨਿਕਲਣ ਦਿਓ, ਕੰਮ ਕਰਨ ਦਿਓ, ਮੁਆਸ਼ਰਾ ਚੱਲਣਾ ਹੈ, ਨਿਜ਼ਾਮ ਚੱਲਣਾ ਹੈ। ਇਹ ਕੀ ਤੁਸੀਂ ਮਰਦ ਔਰਤ ਜਿਹੜੀ ਬੀਬੀ ਆਣੀਆਂ ਕਾਇਦੀ ਤੇ ਬੰਦਾ ਜਿਹੜਾ ਉਹ ਰਾਸ਼ਨ ਪਵਾਏਦਾ, ਇਹਨਾਂ ਚੀਜ਼ਾਂ ਚੋਂ ਨਿਕਲੋ। ਆਟੋਮੈਟਿਕਲੀ ਉਹ ਇਸ ਚੀਜ਼ ਨੂੰ ਐਕਵਾਇਰ ਕਰ ਗਈਆਂ। ਨਾਲ ਫਿਰ ਚੀਜ਼ਾਂ ਮਿਲਦੀਆਂ ਗਈਆਂ ਕਿ ਜੀ ਤੁਹਾਡਾ ਰਾਈਟ ਆਫ ਵੋਟ ਜਿਹੜਾ ਉਹ ਤੇ ਬੜੀ ਰੀਸੈਂਟ ਜੀ ਗੱਲ ਹੈ ਅਮਰੀਕਾ 'ਚ, ਤੇ ਤੁਸੀਂ ਤੁਹਾਨੂੰ ਇੰਝ ਲੱਗਦਾ ਹਿਸਟਰੀ ਦੀ ਏਜ ਵਿੱਚ ਕੱਲ੍ਹ ਦੀ ਗੱਲ ਹੈ। ਤੇ ਉਹ ਵੀ ਆਪਣੇ ਬੇਸਿਕ ਰਾਈਟ ਵਿੱਚ ਬਹੁਤ ਬਾਅਦ 'ਚ ਆਈਆਂ। ਕੈਪੀਟਲਿਸਟ ਜਿਹੜੀ ਇਸ਼ੂ ਸਨ, ਕਮਾਈ ਦਾ ਇਸ਼ੂ ਸੀ, ਉਹ ਪਹਿਲਾਂ ਸੀ। ਜਦੋਂ ਕੁਏਰ ਆਏ ਤੇ ਕੁਏਰ ਤੱਕ ਆਉਂਦਿਆਂ ਵੈਸਟ ਜਿਹੜਾ ਹੈ ਇੰਨੀ ਕੁ ਜ਼ਿਆਦਾ ਇਸ ਚੀਜ਼ ਨੂੰ ਐਕਸੈਪਟ ਕਰ ਚੁੱਕਿਆ ਸੀ, ਜਿਹਦੇ ਵਿੱਚ ਉਹ ਗੱਲ ਇਹ ਕਰਦੇ ਸਨ ਕਿ ਅਸੀਂ ਨਾ ਸਿਰਫ ਹੈ ਕਿ ਜੈਂਡਰ ਰੋਲ ਨੂੰ ਨਹੀਂ ਮੰਨਦੇ, ਅਸੀਂ ਸੁਸਾਇਟੀ ਦੇ ਦਿੱਤੇ ਹੋਏ ਜੈਂਡਰ ਦੇ ਡਰੈਸ ਕੋਡ ਨੂੰ ਨਹੀਂ ਮੰਨਦੇ, ਅਸੀਂ ਸੁਸਾਇਟੀ ਦੇ ਦਿੱਤੇ ਹੋਏ ਜੈਂਡਰ ਦੇ ਹੁਲੀਏ ਨੂੰ ਨਹੀਂ ਮੰਨਦੇ। ਕਿਉਂ ਵੈਸਾ ਹੈ ਸ਼ੁਰੂ ਹੋ ਗਿਆ ਜੀ? ਕਿਉਂ ਹੁਣ ਇੱਕ ਬੀਬੀ ਜਿਹੜੀ ਏ ਉਹ ਬੂਟ ਪਾ ਕੇ ਕਿਤੇ ਨਹੀਂ ਜਾ ਸਕਦੀ ਤੇ ਬੰਦਾ ਪਿੰਕ ਰੰਗ ਦੀ ਹੀਲ ਪਾ ਨਹੀਂ ਪਾ ਸਕਦਾ? ਉਸ ਮਾਰਚ ਵਿੱਚ ਲੋਕਾਂ ਨੇ ਪਿੰਕ ਰਿਬਨ ਨਾਲ ਜਿਹੜੀਆਂ ਨੇ ਛੁੱਟੀਆਂ ਕੀਤੀਆਂ ਨੇ। ਕਿਉਂ ਜੀ? ਬੰਦਾ ਕਿਉਂ ਨਹੀਂ ਵਾਲੀਆਂ ਪਾ ਸਕਦਾ ਤੇ ਬੀਬੀ ਜਿਹੜੀ ਉਹ ਕਿਉਂ ਨਹੀਂ ਕੋਟ ਪਾ ਸਕਦੀ? ਡਰੈਸ ਕੋਡ ਸੀ ਨਾ, ਔਰਤ ਨੇ ਇੱਕ ਫਰੋਕ ਪਾਣੀ ਹੈ। ਉਹ ਕੁਏਰ ਸੀ। ਹੈ ਕੁਏਰ ਦਾ ਮਤਲਬ ਹੈ ਅਜੀਬੋ ਗਰੀਬ ਹੋਣਾ। ਉਹ ਉੱਥੋਂ ਚਲਦੇ ਉਹ ਅਜੀਬੋ ਗਰੀਬ ਹੋਣ ਦੇ ਚੱਕਰ ਵਿੱਚ ਉਹਨਾਂ ਆਖਿਆ ਜੀ ਹੁਣ ਇਹ ਗੱਲ ਪੂਰੀ ਕੀ ਪੀ ਹੁੰਦੀ ਹੈ? ਗੱਲ ਹੁੰਦੀ ਹੈ ਵੀ ਹਿਊਮਨ ਏਜੰਸੀ ਦੀ, ਮੇਰੀ ਹੋਂਦ ਦੀ। ਸ਼ੁਰੂ ਇੱਥੋਂ ਹੋਈ ਹੈ ਕਿ ਜੀ ਮੈਂ ਹੈ ਵਾਂ, ਮੈਨੂੰ ਮਹਿਸੂਸ ਕਰੋ, ਮੇਰੀ ਗੱਲ ਨੂੰ ਸਮਝੋ। ਤੇ ਟੁਰਦੇ ਟੁਰ ਕਿੱਥੇ ਗਈ ਹੈ? ਕੁਏਰਿਜ਼ਮ ਤੇ, ਕਿ ਮੇਰੀ ਮਰਜ਼ੀ ਕਿ ਮੈਂ ਬੰਦਾ ਵਾਂ, ਮੇਰੀ ਮਰਜ਼ੀ ਕਿ ਮੈਂ ਔਰਤ ਹਾਂ। ਮੈਂ 4 ਸਾਲ ਡੈਨਮਾਰਕ 'ਚ ਪੜ੍ਹਦੀ ਰਹੀ ਹਾਂ। ਉੱਥੇ ਕੋਰਟ ਵਿੱਚ ਇੱਕ ਕੇਸ ਚੱਲਦਾ ਰਿਹਾ ਕਾਫੀ ਸਾਲਾਂ ਕਿ ਜੀ ਫਰੰਟਲ ਨਿਊਡਿਟੀ ਜਿਹੜੀ ਹੈ ਉਹ ਮਰਦ ਤੇ ਔਰਤ ਦੀ ਇੱਕ ਕਿਉਂ ਨਹੀਂ? ਸਵਿਮਿੰਗ ਪੂਲ ਵਿੱਚ ਔਰਤ ਵਾਸਤੇ ਕੰਪਲਸਰੀ ਕਿਉਂ ਹੈ 2 ਪੀਸ ਲੈ ਕੇ ਜਾਣਾ ਤੇ ਮਰਦ ਵਾਸਤੇ 1 ਪੀਸ? ਅਲਟੀਮੇਟਲੀ ਬੀਬੀਆਂ ਕੇਸ ਜੀਤ ਗਈਆਂ। ਹੁਣ ਤੁਹਾਨੂੰ ਹੈਰਤ ਹੋਏਗੀ, ਤੁਹਾਨੂੰ ਲੱਗੇਗਾ ਇਹ ਗੱਲਾਂ ਸੁਣ ਕੇ ਕਿ ਇਹ ਦੁਨੀਆ ਤੇ ਨਿਰਾਲੀਆਂ ਗੱਲਾਂ ਨੇ, ਇਹ ਕਦੀ ਕਿਸੇ ਨੇ ਕੀਤੀਆਂ ਹੀ ਨਹੀਂ ਹੋਣਗੀਆਂ। ਮੇਰਾ ਪੁਆਇੰਟ ਇਹ ਵੇ ਕਿ ਇਹ ਗੱਲਾਂ ਕਰਕੇ ਸੜ ਕੇ ਸੁਆਹ ਹੋ ਚੁੱਕੀਆਂ ਨੇ। ਜੇ ਤੁਸੀਂ ਇਸ ਗੱਲ ਨੂੰ ਇਸ ਹੱਦ ਤੱਕ ਅਦਾਲਤਾਂ ਤੱਕ ਜਿਹੜਾ ਹੁਣ ਉੱਥੇ ਤੁਸੀਂ ਜਾਓ, ਤੁਹਾਨੂੰ ਬੀਚਸ ਉੱਤੇ ਕੰਪਲੀਟ ਨਿਊਡ ਬੀਚ ਨੇ ਤੇ ਨਾਰਮਲਾਈਜ਼ ਇਹ ਗੱਲ, ਚੀਜ਼ਾਂ ਨਾਰਮਲ ਹੋ ਜਾਂਦੀਆਂ ਨੇ। ਅਗਰ ਔਰਤ ਇਸ ਗੱਲ ਦੇ ਉੱਤੇ ਜਾ ਕੇ ਅਦਾਲਤ 'ਚ ਪਹੁੰਚ ਸਕਦੀ ਹੈ ਕਿ ਮੈਨੂੰ ਮਰਦ ਦੇ ਮੁਕਾਬਲੇ 'ਚ ਹੱਕ ਦਾ ਇਹ ਵੇ ਕਿ ਸਵਿਮਿੰਗ ਪੂਲ 'ਚ ਮੈਂ ਕਿਉਂ 2 ਟੋਟੇ ਲੈ ਕੇ ਚੱਲੀ ਹੈ, ਮੇਰੇ ਵਾਸਤੇ ਤੁਸੀਂ ਇੱਥੇ ਕਾਨੂੰਨ ਬਣਾਈ ਹੈ। ਮਤਲਬ ਮੇਰਾ ਮਤਲਬ ਐਸੀ ਕਿਹੜੀ ਸ਼ੈ ਖਾਸ ਲੱਗੀ ਹੈ ਜਿਹੜੀ ਬੰਦੇ ਨੂੰ ਨਹੀਂ ਲੱਗੀ? ਜਾਂ ਉਹਦੇ ਵਾਸਤੇ ਵੀ ਉਹ ਰੱਖੋ, ਮੇਰੇ ਵਾਸਤੇ ਵੀ ਉਹ ਰੱਖੋ। ਠੀਕ ਹੋ ਗਿਆ। ਇੱਥੇ ਤੱਕ ਦੀ ਆਜ਼ਾਦੀ ਹਾਸਿਲ ਕਰਨ ਦੇ ਬਾਅਦ ਇਹਨੂੰ ਅਸੀਂ ਕਹਿੰਦੇ ਹਾਂ ਆਜ਼ਾਦੀ। ਇੱਥੇ ਤੱਕ ਦੇ ਬਾਅਦ ਅਸੀਂ ਹੁਣ ਫਿਰ ਇਹ ਗੱਲ ਟੁਰੀ ਕਿੱਥੋਂ ਸੀ? ਜਦੋਂ ਕ੍ਰਿਸਚੀਅਨਸ ਨੇ ਵਿਚਸ ਸਾੜਨੀਆਂ ਸ਼ੁਰੂ ਕੀਤੀਆਂ ਸਨ। ਕੰਟਰੋਲ ਸੀ ਨਾ। ਔਰਤ ਕਹਿੰਦੀ ਸੀ ਜੀ ਮੈਂ ਕੈਮਿਸਟਰੀ ਦਾ ਕੰਮ ਕਰਨਾ ਹੈ, ਮੈਂ ਗਾਇਨੀ ਦਾ ਕੰਮ ਕਰਨਾ ਹੈ। ਉਹ ਕੋਈ ਵਿਚਸ ਸਨ ਤੇ ਨਹੀਂ। ਤੇ ਪਾਦਰੀਆਂ ਨੇ ਫੜ ਕੇ ਪਤਾ ਨਹੀਂ ਕਿੰਨੇ ਲੱਖ ਜਿਹੜੀਆਂ ਨੇ ਔਰਤਾਂ ਸਾੜ ਛੜੀਆਂ। ਉਹ ਕੀ ਮਤਲਬ ਸਾਰੀਆਂ ਜਾਦੂ ਕਰਨੀਆਂ ਹੀ ਸਨ, ਸਾਰੇ ਜਾਦੂ ਹੀ ਕਰਦੀਆਂ ਸਨ। ਜਾਦੂ ਪਤਾ ਨਹੀਂ, ਜਾਦੂ ਮੇਰਾ ਤਾਂ ਨਹੀਂ ਖਿਆਲ ਕੁਛ ਹੈ ਹੁੰਦੀ ਵੀ ਐਸੀ ਕਿ ਜਿਹੜੀ ਇੰਨੀ ਬਾਕਮਾਲ ਤਰੀਕੇ ਨਾਲ ਕੀਤੀ ਜਾ। ਉਹਨਾਂ ਦੇ ਟਰਾਇਲ ਹੁੰਦੇ ਸਨ, ਉਹਨਾਂ ਦੇ ਟੌਰਚਰਸ ਕਦੀ ਵੇਖੋ ਤੇ ਹੈਰਾਨ ਹੋ ਜਾਓ ਕਿਸ ਤਰੀਕੇ ਨਾਲ ਉਹਨਾਂ ਨੂੰ ਕੱਟ ਕੇ ਚੀਰ ਕੇ ਉਹਨਾਂ ਦੇ ਵਿੱਚੋਂ ਜਿੰਨ ਕੱਢੇ ਜਾਂਦੇ ਸਨ। ਤੇ ਉਹ ਕਰਦੀਆਂ ਕੀ ਸਨ? ਪਰਫਿਊਮ ਬਣਾਉਂਦੀਆਂ ਸਨ, ਕੈਮੀਕਲ ਕੰਪੋਜੀਸ਼ਨ ਜਿਹੜੀ ਹੈ ਕੋਈ 1-2 ਕਰ ਲੈਂਦੀਆਂ ਸਨ, ਡਾਈ ਬਣਾਉਂਦੀਆਂ ਸਨ। ਉਦੋਂ ਕੈਮਿਸਟਰੀ ਜਿਹੜੀ ਸੀ ਬਹੁਤ ਵੱਡਾ ਮੈਜਿਕ ਸੀ। ਸਰਜਰੀ ਕਰਦੀਆਂ ਸਨ, ਸਰਜਰੀ ਕਰਦਿਆਂ ਫਿਰ ਗਾਇਨੀ ਦੀ ਸਰਜਰੀ ਕਰਨ ਲੱਗ ਪੈਂਦੀਆਂ ਸਨ। ਗਾਇਨੀ ਦੀ ਸਰਜਰੀ ਕਰਦਿਆਂ ਪੂਰੀ ਇੱਕ ਕਿਤਾਬ ਹੈ ਕਿ ਕਿਸ ਤਰ੍ਹਾਂ ਉਹ ਐਲੀਟ ਦੇ ਭੇਦ ਉਹਨਾਂ ਨੂੰ ਪਤਾ ਲੱਗਣ ਲੱਗ ਪੈਂਦੇ ਸਨ। ਕੌਣ ਉਹਨਾਂ ਕੋਲ ਆ ਕੇ ਕਿਸ ਟਾਈਪ ਦੀ ਸਰਜਰੀ ਕਰਾਉਂਦਾ ਸੀ। ਅਲਟੀਮੇਟਲੀ ਫਿਰ ਉਹ ਪੋਲੀਟੀਕਲ ਜਿਹੜਾ ਉਹਨਾਂ ਦੀ ਅਸੈਸੀਨੇਸ਼ਨ ਹੁੰਦੀ ਸੀ। ਉਹਦੇ 'ਚੋਂ ਬਾਹਰ ਨਿਕਲ ਕੇ ਫਿਰ ਔਰਤ ਨੇ ਆਖਿਆ ਜੀ ਮੈਂ ਵਾਂ, ਮੇਰੀ ਹੋਂਦ ਨੂੰ ਮੰਨੋ।
पूरा यूरोप मान गया। फिर वो औरत ने आख्या जी मेरी मर्जी है, मैं अज औरत हाँ या कल बंदा हाँ। बंदे ने आख्या जी मेरी मर्जी है, मैं क्रॉस ड्रेसिंग करा दा, मेरी मर्जी है, मान गए। फिर जी आख्या कि मेरी मर्जी है कि जिन्हों मैनू पहला तो मैं जेंडर आइडेंटिटी नू नहीं मानता, फिर मेरी मर्जी है कि मैं बायोलॉजिकल आइडेंटिटी नू भी नहीं मानता। फिर जेंडर चेंज ऑपरेशन होने शुरू हो गए। फीमेल जेनेटेलिया कट के तुसी प्लास्टिक दे मेल जेनेटेलिया ला लो, मेड इन चाइना। ਇਹ ਮਜ਼ਾਕ ਨਹੀਂ ਹੋ ਰਿਹਾ, ਇਹ ਬਹੁਤ ਸੀਰੀਅਸ ਗੱਲ ਹੈ। ਇਹਦੇ ਉੱਤੇ ਬਕਾਇਦਾ ਕਾਨੂੰਨ ਸਾਜ਼ੀ ਜਿਹੜੀ ਹੈ, ਟਰੰਪ ਇਸ ਗੱਲ ਦੇ ਉੱਤੇ ਵੋਟ ਲੈ ਕੇ ਆਇਆ ਕਿ ਮੈਂ ਸਕੂਲਾਂ 'ਚ ਇਹ ਗੱਲ ਨਹੀਂ ਹੋਣ ਦੇਵਾਂਗਾ ਕਿ ਤੁਸੀਂ ਆਪਣੇ ਜੈਨੀਟਲਸ ਜਿਹੜੇ ਨੇ ਬਦਲ ਕੇ ਤੁਸੀਂ ਨਹੀਂ ਕਹਿ ਸਕਦੇ ਕਿ ਜੀ ਮੈਂ ਬੰਦਾ ਵਾਂ ਜਾਂ ਔਰਤ ਹਾਂ। ਲੇਕਿਨ ਇੱਕ ਬਹੁਤ ਵੱਡੀ ਤਾਦਾਦ ਹੈ ਜਿਹੜੀ ਕਹਿੰਦੀ ਹੈ ਕਿ ਅਸੀਂ ਇਹ ਹਾਂ। ਹੁਣ ਇਹ ਗੱਲ ਬਹੁਤ ਅੱਗੇ ਤੱਕ ਟੁਰ ਜਾਏਗੀ। ਗੱਲ ਸ਼ੁਰੂ ਹੁੰਦੀ ਹੈ ਅੱਖ ਤੋਂ ਤੇ ਗੱਲ ਉੱਥੇ ਤੱਕ ਟੁਰ ਜਾਂਦੀ ਹੈ ਕਿ मैं आप डिसाइड करना वे कि मैं कौन हाँ। असी ये पूरा तमाशा जिहड़ा है ना, साडा ते रेनेसां आके ते रुक गया है ना, जांदा ही नहीं पिया। उन्हां दे रेनेसां दे बाद पता नहीं किन्ने मरले तय कर लेने साडा रेनेसां, क्योंकि साडे इत्थे चड़ेला साड़ियां नहीं सन गईयां ते साडा रेनेसां इत्थे स्टक कर गया है। असी रेनेसां दे विच ही हाँ। जिहड़ी रेनेसां दे विच उन्हां दी जंग सी ना कि असी अपने हक वास्ते गल करनी, असी अपने हक्कां वास्ते गल पे करने, असी उहदे तो अगे जा ही नहीं पे सकते। ਇਹ ਸਾਰੀ ਦੀ ਸਾਰੀ ਚੀਜ਼ ਜਿਹੜੀ ਹੈ ਬੋਇਲ ਡਾਊਨ ਹੁੰਦੀ ਹੈ ਆਰਡਰ ਤੇ ਕੇਓਸ ਤੇ। ਕੇਓਸ ਤੋਂ ਮੇਰੀ ਮਤਲਬ ਹੈ ਅਬਤਰੀ। ਅਗਰ ਤੁਸੀਂ ਸੁਸਾਇਟੀ ਦੇ ਵਿੱਚ, ਸੁਸਾਇਟੀ ਜਦੋਂ ਬਣਦੀ ਹੈ ਤਾਂ ਇੱਕ ਸਰਟਨ ਨੋਰਮਸ ਉੱਤੇ ਬਣਦੀ ਹੈ, ਇੱਕ ਸਰਟਨ ਰੂਲਸ ਦੇ ਉੱਤੇ ਬਣਦੀ ਹੈ। ਅਗਰ ਤੁਸੀਂ ਸਿਰਫ ਆਪਣੀ ਏਜੰਸੀ, ਆਪਣੇ ਹੋਣ ਤੇ ਆਪਣੀ ਐਗਜ਼ਿਸਟੈਂਸ ਵਾਸਤੇ ਸੁਸਾਇਟਲ ਨੋਰਮਸ ਨੂੰ ਨਹੀਂ ਮੰਨੋਦੇ ਤੇ ਹਰ ਬੰਦਾ ਉਹੀ ਚੀਜ਼ ਪ੍ਰੈਕਟਿਸ ਕਰੇਗਾ ਤਾਂ ਸੁਸਾਇਟੀ ਕੇਓਟਿਕ ਹੋ ਜਾਏਗੀ। ਫਿਰ ਉਹਦੇ ਵਾਸਤੇ ਕੀ ਕੀਤਾ ਜਾਏ? ਉਹਦੇ ਵਾਸਤੇ ਇਸ ਪ੍ਰੋਸੈਸ ਨੂੰ ਸਲੋ ਕੀਤਾ ਜਾਏ, ਚੀਜ਼ਾਂ ਨੂੰ ਨਾਰਮਲਾਈਜ਼ ਕੀਤਾ ਜਾਏ। ਅੱਜ ਤੁਸੀਂ ਜੋ ਕੁਝ ਦੇਖ ਰਹੇ ਹੋ, ਅੱਜ ਤੋਂ 20 ਸਾਲ ਪਹਿਲਾਂ ਨਹੀਂ ਸੋ ਵੇਖਦੇ। ਇਸ ਪ੍ਰੋਸੈਸ ਨੂੰ ਇਹ ਸਲੋ ਤੇ ਪੇਨਫੁਲ ਤੇ ਹੁੰਦਾ ਹੈ, ਪਰ ਇਸ ਪ੍ਰੋਸੈਸ ਨੂੰ ਥੋੜਾ ਸਲੋ ਕੀਤਾ ਜਾਏ। ਫਿਰ ਹੱਕ ਨੂੰ ਫੈਮਿਨਿਜ਼ਮ ਦੇ ਨਾਲ ਬਿਲਕੁਲ ਨਾ ਮਿਲਾ ਦਿੱਤਾ ਜਾਏ, ਕਿਉਂਕਿ ਫੈਮਿਨਿਜ਼ਮ ਇੱਕ ਵੈਸਟਰਨ ਕਨਸੈਪਟ ਹੈ। ਮੈਂ ਬਾਰ-ਬਾਰ ਇਹ ਹੀ ਆਨੀ ਹਾਂ, ਜਿਵੇਂ ਬਾਕੀ ਇਜ਼ਮ ਇੱਥੇ ਆ ਕੇ ਨਹੀਂ ਲੱਗ ਸਕਦੇ। ਜਿਵੇਂ ਅੱਜ ਤੱਕ ਸਾਨੂੰ ਅਫਸਾਨੇ ਦਾ ਅੰਗਰੇਜ਼ੀ ਟਰਾਂਸਲੇਸ਼ਨ ਨਹੀਂ ਲੱਭੀ ਤੇ ਗਜ਼ਲ ਦਾ ਸਾਨੂੰ ਅੰਗਰੇਜ਼ੀ ਟਰਾਂਸਲੇਸ਼ਨ ਨਹੀਂ ਲੱਭੀ ਨਾ, ਇਹ ਸਾਡੇ ਇੰਡੀਜਨਸ ਜੌਨਰਾਸ ਨੇ। ਇਸੇ ਵਾਸਤੇ ਸਾਡੇ ਔਰਤ ਤੇ ਮਰਦ ਦੇ ਮਸਾਇਲ ਦੇ ਜਿਹੜੀ ਫਿਲਾਸਫੀ ਤੇ ਇਜ਼ਮ ਨੇ ਸਾਨੂੰ ਆਪਣੇ ਇੰਡੀਜਨਸ ਬਣਾਉਣੇ ਪੈਣਗੇ। ਅਸੀਂ ਉੱਥੋਂ ਇੰਪੋਰਟ ਕਰਕੇ, ਉਹਦੀ ਜਿਓਗ੍ਰਾਫੀਆ ਵੱਖਰਾ ਹੈ, ਉਹਦਾ ਕਲਚਰ ਵੱਖਰਾ ਹੈ, ਉਹਦੀ ਉਸ ਵਕਤ ਦੀ ਜ਼ਰੂਰਤ ਵੱਖਰੀ ਸੀ, ਉਹਦਾ ਜਿਹੜਾ ਮਾਹੌਲ ਸੀ ਵੱਖਰਾ ਸੀ, ਉਹਦਾ ਕਲਚਰ ਵੱਖਰਾ ਸੀ। ਅਸੀਂ ਉਹਨਾਂ ਸਾਰੇ ਪੈਰਾਮੀਟਰਸ ਨੂੰ ਪੂਰਾ ਨਹੀਂ ਕਰਦੇ। ਸਾਡੇ ਕਲਚਰ ਦੇ ਵਿੱਚ ਨਾ ਉਨੀ ਸਬਜੂਗੇਸ਼ਨ ਹੈ ਜਿਹੜਾ ਕਿ ਵੈਸਟ ਅੱਜ ਨਹੀਂ ਮੰਨਦਾ, ਨਾ ਇੰਨੀ ਹਿਊਮਿਡਿਟੀ ਹੈ, ਨਾ ਔਰਤ ਦੀ ਰਾਈਚੀਅਸਨੈਸ ਦਾ ਉਹ ਕਨਸੈਪਟ ਹੈ ਜਿਹੜਾ ਬਿਬਲੀਕਲ ਹੈ, ਸਾਡਾ ਨਹੀਂ। ਇੱਕ ਤੇ ਜਿੰਨਾ ਹੁਣੇ ਫਰਮਾਇਆ ਕਿ ਜੀ ਔਰਤ ਜਿਹੜੀ ਖਾਸ ਤੌਰ ਤੇ ਸਾਡੀ ਇੱਥੇ ਦੀ ਇੰਡੀਜਨਸ ਔਰਤ ਹੈ। ਮੈਂ ਆਪਣੇ ਥੀਸਿਸ 'ਚ ਵੀ ਜ਼ਿਕਰ ਕੀਤਾ ਉਸ ਡਾਂਸਿੰਗ ਗਰਲ ਦਾ। ਮੇਰਾ ਥੀਸਿਸ ਵਿੱਚ ਮੈਂ ਆਪਟ ਕੀਤਾ ਪੰਜਾਬੀ ਥੀਏਟਰ, ਖਾਸ ਤੌਰ ਤੇ ਉਹਦੀਆਂ ਜੁਗਤਾਂ ਜਿਹੜੀਆਂ ਨੇ। ਤੇ ਮੈਂ ਪੰਜਾਬੀ ਜਿਹੜਾ ਪਰਫਾਰਮਿੰਗ ਆਰਟ ਦੇ ਟੌਪਿਕ ਤੋਂ ਹਟ ਜਾਵਾਂਗੇ, ਮੈਂ ਬਸ ਟੱਚ ਕਰਨੀ ਆ ਕਿ ਉਹ ਕਿੰਨਾ ਇੰਡੀਜਨਸ ਹੈ ਤੇ ਸਾਡੀ ਲੈਂਗੁਏਜ ਜਿਹੜੀ ਉਹ ਬਕਾਇਦਾ ਨਟੀਆ ਸ਼ਾਸਤਰਾਂ ਤੋਂ ਕਿਵੇਂ ਮਿਲਦੀ ਹੈ। ਤੇ ਜਿਹੜਾ ਡੈਂਸਿੰਗ ਮੇਲ ਤੇ ਡੈਂਸਿੰਗ ਫੀਮੇਲ ਹੈ ਉਹ ਪ੍ਰੀਕਰਸਰ ਹੈ ਸਾਡੇ ਅੱਜ ਦੇ ਪਰਫਾਰਮਿੰਗ ਆਰਟ ਦਾ। ਤੇ ਸਾਡੀ ਔਰਤ ਦੀ ਉਹ ਸਬਜੂਗੇਸ਼ਨ ਹੈ ਨਹੀਂ। ਸਾਡੇ ਉੱਤੇ ਸਬਜੂਗੇਸ਼ਨ ਦਾ ਐਕਸਪੈਰੀਮੈਂਟ ਬੜਾ ਰੀਸੈਂਟ ਜਿਹਾ ਕੀਤਾ ਗਿਆ, ਤੁਹਾਡੀ ਮੇਰਾ ਖਿਆਲ ਹੈ ਪੈਦਾ ਹੋਣ ਤੋਂ ਪਹਿਲਾਂ ਦਾ ਕੋਈ ਰੀਸੈਂਟ ਜਿਹਾ ਇੰਸੀਡੈਂਟ ਹੈ। ਅਸੀਂ ਉਹ ਪਹਿਲਾ ਅਲ ਪਾਕਿਸਤਾਨ ਦਾ ਐਕਸਪੀਰੀਅੰਸ ਬੜਾ ਰੀਸੈਂਟ ਕੀਤਾ ਹੈ। ਇਹਦੇ ਤੋਂ ਪਹਿਲਾਂ ਵੀ ਸਾਡੇ ਹਾਲਾਤ ਐ ਨਹੀਂ ਸਨ। ਫਿਰ ਹੁਣ ਸਾਨੂੰ ਆਪਣੇ ਪ੍ਰੋਬਲਮਸ ਦੀ ਪਹਿਲਾਂ ਲਿਸਟ ਬਣਾਉਣੀ ਪਵੇਗੀ। ਉਹਨਾਂ ਪ੍ਰੋਬਲਮਸ ਜਿਹੜੇ ਕ੍ਰਾਈਮ ਨੇ, ਜਿਹੜੀ ਸਟੇਟ ਦੀ ਜ਼ਿੰਮੇਵਾਰੀ ਹੈ, ਡੋਮੈਸਟਿਕ ਵਾਇਲੈਂਸ ਹੈ, ਜਿਵੇਂ ਚਾਈਲਡ ਅਬਿਊਜ਼ ਹੈ, ਚਾਈਲਡ ਮੈਰਿਜ ਹੈ, ਇਹ ਸਾਰੇ ਕ੍ਰਾਈਮ ਨੇ। ਇਹ ਸਟੇਟ ਦੀ ਜ਼ਿੰਮੇਵਾਰੀ ਹੈ, ਇਹ ਮੇਰੀ ਜ਼ਿੰਮੇਵਾਰੀ ਨਹੀਂ ਕਿ ਮੈਂ ਉਹਦੇ ਉੱਤੇ ਬਹਿ ਕੇ ਲੈਕਚਰ ਦੇਵਾਂ। ਅਗਰ ਇੱਕ ਸਟੇਟ ਹੈ ਤੇ ਉਹਦੀ ਜ਼ਿੰਮੇਵਾਰੀ ਹੈ ਕਿ ਇੱਕ ਔਰਤ ਨੂੰ ਅਗਰ ਘਰ 'ਚ ਕੁੱਟ ਵੀ ਪੈਂਦੀ ਹੈ ਤੇ ਉਹਦੇ ਵਾਸਤੇ ਉਹਦਾ ਕੁਝ ਕਰੋ। ਇਹ ਔਰਤ, ਇਹ ਸਟੇਟ ਦੀ ਜ਼ਿੰਮੇਵਾਰੀ ਹੈ। ਫਿਰ ਅਸੀਂ ਉਹਦੇ ਵਿੱਚੋਂ ਕ੍ਰਾਈਮ ਵੱਖਰੇ ਕਰਾਂਗੇ, ਅਸੀਂ ਪ੍ਰੋਬਲਮ ਵੱਖਰੇ ਕਰਾਂਗੇ, ਫਿਰ ਉਹਨਾਂ ਪ੍ਰੋਬਲਮਸ ਨੂੰ ਆਪਣੇ ਕਲਚਰ ਤੇ ਜੋਗਰਾਫੀਏ ਦੀ ਛਾਣਨੀ 'ਚ ਪਾਵਾਂਗੇ ਤੇ ਫਿਰ ਗੱਲ ਕਰਾਂਗੇ ਕਿ ਕਿੰਨੇ ਕੁ ਮਰਦ ਸਾਡਾ ਇਸਤਿਹਸਾਲ ਵੀ ਕਰਦੇ ਨੇ, ਕਿੰਨੇ ਕੁ ਪਿਓ ਭਰਾ ਜਿਹੜੇ ਨੇ ਉਹ ਸਾਡੇ ਬਾਰੇ 'ਚ ਨਹੀਂ, ਕਿੰਨੇ ਕੁ ਬੀਬੀਆਂ ਜਿਹੜੀਆਂ ਨੇ ਉਹ ਬੰਦਾ ਨਹੀਂ ਚਾਹੁੰਦੀਆਂ,
ਤੇ ਅਸਲ 'ਚ ਕਹਾਣੀ ਹੈ ਕੀ ਹੈ। ਇਹ ਉਸਤਾਦ ਹੋਣ ਦਾ ਇੱਕ ਨੁਕਸਾਨ ਇਹ ਵੀ ਹੁੰਦਾ ਕਿ ਮੈਂ 3 ਘੰਟੇ ਇੱਕੋ ਤਕਰੀਰ ਕਰਦੀ ਰਹਾਂਗੀ, ਮੈਂ ਆਪਣੇ ਆਪ ਨੂੰ ਆਪ ਰੋਕਣੀ ਹੈ। ਨਹੀਂ, ਮੈਂ ਇਹ ਨਾ ਹੋਵੇ ਕਿ ਮੈਂ ਰਾਂਟ ਇੱਕੋ ਜਗ੍ਹਾ ਦੇ ਉੱਤੇ ਕਰਦੀ ਜਾਵਾਂ। बहुत अच्छा जा रहे हो, बहुत अच्छा। बिल्कुल डिफरेंट टॉपिक है और जिस तरह ਤੁਸੀਂ ਦੱਸ ਰਹੇ ਹੋ, ਜਿਸ ਤਰ੍ਹਾਂ ਤੁਸੀਂ ਇੱਕ ਚੀਜ਼ ਨੂੰ ਖੋਲ ਕੇ ਦੱਸ ਰਹੇ ਹੋ, ਮੈਂ ਕਹਿੰਦੀ ਹਾਂ ਕਿ ਬਹੁਤ ਮੁਸ਼ਕਿਲ ਦੇ ਨਾਲ ਕੋਈ ਇਸ ਤਰ੍ਹਾਂ ਗੱਲ ਕਰਦਾ। ਉਹਦਾ ਪ੍ਰੋਬਲਮ ਪਤਾ ਹੈ ਕੀ ਹੈ, ਬਹੁਤ ਮਿਹਰਬਾਨੀ। ਉਹਦਾ ਪ੍ਰੋਬਲਮ ਹੈ ਵੇ ਕਿ ਐਕਸਪੈਕਟ ਕੀਤਾ ਜਾਂਦਾ ਹੈ ਕਿ ਜਿਹੜੀ ਔਰਤ, ਹੁਣ ਮੈਨੂੰ ਅਗਰ ਵੇਖੋ, ਮੈਂ ਅਗਰ ਆਪਣੇ ਜ਼ਾਤੀ ਤੌਰ ਤੇ ਦੱਸਾਂ ਤੇ ਇਹ ਇੱਕ ਪੰਜਾਬੀ ਜੱਟ ਫੈਮਿਲੀ, ਠੀਕ ਹੈ, ਮਾਂ ਵੜਾਏ ਚ ਬਾਪ ਜਿਹੜਾ ਚੀਮਾ, ਇੱਕ ਹੰਬਲ ਬੈਕਗਰਾਉਂਡ, ਅੱਬਾ ਜੀ ਜਿਹੜੇ ਨੇ ਉਹ ਜ਼ਮੀਨਦਾਰ ਕਾਲਜ 'ਚ ਪੜ੍ਹ ਕੇ ਤੇ ਅਫਸਰ ਬਣ ਗਏ ਤੇ ਸਾਂਵਲੇ ਜਿਹੇ ਰੰਗ ਦੇ ਸਨ। ਮੈਂ ਅਕਸਰ ਹੀ ਕਹਿੰਦੀ ਹਾਂ ਕਿ ਤੇ ਮਾਂ ਮੇਰੀ ਉੱਚੀ ਲੰਮੀ ਸੋਹਣੀ ਚਿੱਟੀ ਦੁੱਧ ਤੇ ਉਹ ਫਿਰ ਜਿਵੇਂ ਬੰਦੇ ਦੀ ਲਾਟਰੀ ਨਿਕਲ ਆਉਂਦੀ ਹੈ ਤੇ ਉਹ ਇੱਕ ਬੜਾ ਨਾਰਮਲ ਜਿਹਾ ਪੰਜਾਬੀ ਕਪਲ ਹੈ, ਬਿਲਕੁਲ ਪੜ੍ਹੇ ਲਿਖੇ ਨਹੀਂ ਸਨ ਮੇਰੇ ਅੰਮੀ, ਤੇ ਪਿੱਛੇ ਪਿੱਛੇ ਅੱਬੂ ਦੇ ਜਿਹੜੇ ਨੇ ਟੁਰਦੇ ਰਹੇ। ਅੱਛਾ, ਘਰ ਜਿਹੜੀ ਉਹ ਇੰਨੀ ਸੋਹਣੀ ਜ਼ਨਾਨੀ ਲਿਆਂਦੀ ਹੈ, ਉਹਦੇ ਵਾਸਤੇ ਉਹ ਚੰਗੇ ਭਲੇ ਟੌਕਸਿਕ ਮੈਸਕੂਲਨ ਸਨ ਕਦੀ ਕਦੀ, ਤੇ ਆਪਣੀਆਂ ਧੀਆਂ ਦੇ ਬਾਰੇ 'ਚ ਕਹਿੰਦੇ ਸਨ 5 ਬੇਟੀਆਂ, ਅਸੀਂ 5 ਭੈਣਾਂ ਵਾਂ, ਇੱਕ ਭਾਈ, ਤੇ ਉਹਨਾਂ ਵਾਸਤੇ ਕਹਿੰਦੇ ਸਨ ਕਿ ਮੇਰੀਆਂ ਧੀਆਂ ਮੇਰਾ ਮਿਸ਼ਨ ਨੇ। ਤੇ ਮਿਸ਼ਨ ਕੀ ਹੈ? ਤੇ ਉਹ ਕਹਿੰਦੇ ਸਨ ਕਿ ਦੁਨੀਆ ਦੇ ਉੱਤੇ ਅਗਰ ਤੁਸੀਂ ਆ ਕਰ ਆਪਣੀ ਸੁਸਾਇਟੀ ਤੇ ਬ੍ਰੌਡਰ ਆਪਣੀ ਜਿਹੜੀ ਐਗਜ਼ਿਸਟੈਂਸ ਹੈ, ਜਿਹਨੂੰ ਤੁਸੀਂ ਇੰਬੋਡੀਡ ਐਕਸਪੀਰੀਅੰਸ ਆਉਂਦੇ ਉਹਨਾਂ ਵਾਸਤੇ ਅਗਰ ਤੁਸੀਂ ਕੁਝ ਕਰ ਨਹੀਂ ਸਕਦੇ ਤਾਂ ਤੁਸੀਂ ਕੁਝ ਜ਼ਿੰਦਗੀ 'ਚ ਕੀਤਾ ਹੀ ਨਹੀਂ। ਤੇ ਬਹੁਤ ਐਂਬੀਸ਼ੀਅਸ ਸਨ ਬੱਚਿਆਂ ਦੇ ਮਾਮਲੇ 'ਚ। ਤੇ ਵੱਡੀਆਂ 2 ਭੈਣਾਂ ਮੇਰੀਆਂ ਮੈਡੀਕਲ ਡਾਕਟਰ ਬਣੀਆਂ, ਫਿਰ ਸਪੈਸ਼ਲਿਸਟ ਨੇ। ਛੋਟੀ ਮੇਰੀ ਜਿਹੜੀ ਹੈ ਉਹ ਪੇਨ ਸਪੈਸ਼ਲਿਸਟ ਹੈ, ਭੈਣ ਮੇਰੀ, ਭਾਈ ਮੇਰਾ ਇੰਜੀਨੀਅਰ ਬਣਿਆ। ਤੇ ਤਵੱਕੋ ਇਹ ਹੁੰਦੀ ਹੈ ਕਿ ਫੈਮਿਨਿਸਟ ਜਿਹੜੀ ਔਰਤ ਕਵੇਗੀ ਨਾ, ਅਗਰ ਤੇ ਮੈਂ ਕਵਾਂਗੀ ਕਿ ਮੈਂ ਫੈਮਿਨਿਸਟ ਹਾਂ ਤੇ ਫਿਰ ਮੈਂ ਕਵਾਂਗੀ ਕਿ ਅੱਬਾ ਮੇਰਾ ਜਿਹੜਾ ਸੀ ਉਹਨੇ ਮੈਨੂੰ ਕੋਈ 5ਵੀਂ ਜਮਾਤ 'ਚ ਘਰੋਂ ਧੱਕੇ ਮਾਰ ਛੜੇ ਸਨ, ਤੇ ਉਹਦੇ ਬਾਅਦ ਫਿਰ ਮੈਂ ਸ਼ਾਦੀ ਕੀਤੀ ਜਿਹੜੀ ਚੱਲੀ ਨਹੀਂ। ਉਹਦੇ ਬਾਅਦ ਮੈਂ ਸੌਰੀ ਟੂ ਯੂਜ਼ ਦਾ ਵਰਡ ਕਿ ਮੈਨੂੰ ਖੁੱਲ ਕੇ ਅਗਰ ਮੈਂ ਗੱਲ ਕਰਾਂ, ਉਹਦੇ ਬਾਅਦ ਮੈਂ ਮੈਰਿਜ ਐਜ਼ ਐਨ ਇੰਸਟੀਟਿਊਸ਼ਨ, ਆਈ ਜਸਟ ਸਟॉप ਲਾਈਕਿੰਗ दैट इंस्टीट्यूशन एंड आई स्टार्ट एडवोकेटिंग दैट मैरिज एज एन इंस्टीट्यूशन इज़ अ फ्लॉड इंस्टीट्यूशन फंडामेंटली। सो आई थॉट कि मैरिज एज एन इंस्टीट्यूशन मैं नहीं मानती। ओके, नहीं मानती, फिर तू की कीता? फिर जी मैं एक बंदा और कीता, पर मैरिज नहीं सी। फिर की कीता? फिर जी मैं किसी और बंदे को, अच्छा फिर उन बंदे को मैं माफ़ी चाहनी हाँ, लेकिन तुसी जिस भी तरीके नाल अगर वैड लॉक विच हो, ਇਹ सोसाइटी ऐसी है, ठीक है, तुसी 4 दिन किसी दे बॉयफ्रेंड किसी दा तुसी चलते रहोगे, पर सोसाइटी अगेन वही समझो ਉਹਨੇ नॉर्मेटिविटी नॉर्मैलिटी थ्रोन ते पाई ही है। ਤੁਹਾਡੇ ਮਸਤ ਹੋਣ ਨਾਲ ਉਹ ਨਹੀਂ ਮਸਤ ਹੋਈ, ਉਹ ਅੱਖਾਂ ਹੋਰ ਖੋਲ ਲੈਂਦੀ ਹੈ। ਉਹ ਤੁਹਾਡੇ ਮਜਨੂਨ ਹੋਣ ਨਾਲ ਜਜ਼ਬ ਵਿੱਚ ਨਹੀਂ ਜਾਂਦੀ, ਉਹ ਬਲਕਿ ਪਿੱਛੋਂ ਥੋੜਾ ਜਿਹਾ ਹਲਕਾ ਜਿਹਾ ਚਾਕੂ ਵੀ ਕੱਢ ਲੈਂਦੀ ਹੈ। ਉਹਨੂੰ ਪਤਾ ਹੁੰਦਾ ਹੁਣ ਇਹਨੂੰ ਮੈਂ ਠਿਕਾਣੇ ਕਿੰਝ ਲਾਣਾ ਹੈ। नहीं, मेरे अब्बा जी तो विजनरी सन। मैं किस वास्ते कह रही हाँ, मैं तो इस वास्ते कह रही हाँ कि साड़ी सोसाइटी विच औरत नूं ਇਹ ਕਹਿਣ ਦੇ ਵਾਸਤੇ परसेंटेज ਵੇਖੋ ਨਾ, ਕਿੰਨੀਆਂ ਬੱਚੀਆਂ ਨੇ ਜਿਨ੍ਹਾਂ ਦੇ ਬਾਪ 3-3 ਘੰਟੇ ਟਿਊਸ਼ਨਾਂ ਪੜ੍ਹਦੇ ਹੁੰਦੀਆਂ ਨੇ, ਬਾਹਰ ਖਲੋਤੇ ਹੁੰਦੇ ਨੇ। ਉਹ ਨਹੀਂ ਕ੍ਰੈਡਿਟ, ਉਹ ਕਿੱਥੇ ਜਾਏਗਾ? ਉਹ ਭਰਾ ਜਿੰਨੀ ਵਾਰੀ ਉਹ ਇੱਕ ਫੋਨ ਕਰੋ, ਕਿੱਥੋਂ ਟੁਰ ਕੇ 에ਅਰਪੋਰਟ ਤੇ ਪਹੁੰਚੇ ਹੁੰਦੇ ਨੇ, ਭਰਾ ਨੇ ਪਹੁੰਚਣਾ ਹੀ ਪਹੁੰਚਣਾ, ਪਹੁੰਚਾ ਹੁੰਦਾ ਉੱਥੇ। ਉਹ ਕੀ ਇੱਥੇ ਤੁਸੀਂ ਕ੍ਰੈਡਿਟ ਜਿਹੜਾ ਤੁਸੀਂ ਦੇਵੋਗੇ ਕਿ ਪੁੱਤਰ ਜਿਹੜੇ ਨੇ ਮਾਂ ਦੇ ਸਾਹਮਣੇ ਮਤਲਬ ਇੱਜ਼ਤ ਇਹਤਰਾਮ, ਤੇ ਉਹ ਕਿੱਥੇ ਅਸੀਂ ਜਾਵਾਂਗੇ? ਅਸੀਂ ਕਿਵੇਂ ਵੈਸਟ ਦਾ ਫੈਮਿਨਿਜ਼ਮ ਆਪਣੇ ਉੱਤੇ ਅਪਲਾਈ ਕਰ ਸਕਦੇ ਹਾਂ? ਗੱਲ ਹੈ ਵੇ, ਲੇਕਿਨ ਉਹਦੇ ਨਾਲ ਗੱਲ ਹੈ ਵੇ, ਮੈਂ ਕਨਫਿਊਜ਼ ਕਿਉਂ ਹਾਂ ਕਿ ਪ੍ਰੋਬਲਮ ਆਪਣੀ ਜਗ੍ਹਾ ਤੇ ਮੌਜੂਦ ਨੇ। ਜਦੋਂ ਮੈਂ ਇਹ ਆਖਾਂ ਕਿ ਜੀ ਫੈਮਿਨਿਜ਼ਮ ਦੀ ਜ਼ਰੂਰਤ ਨਹੀਂ, ਤਾਂ ਮੈਂ ਇਹ ਨਹੀਂ ਆਂਦੀ ਹੁੰਦੀ ਕਿ ਸਾਡੀ ਸੋਸਾਇਟੀ ਦੇ ਵਿੱਚ ਪ੍ਰੋਬਲਮ ਹੀ ਕੋਈ ਨਹੀਂ। ਪ੍ਰੋਬਲਮ ਤੇ ਮੌਜੂਦ ਨੇ, ਪਰ ਉਹ ਫੈਮਿਨਿਸਟ ਦੇ ਐਂਗਲ ਨਾਲ ਹੱਲ ਹੁੰਦੇ ਨਜ਼ਰ ਤੇ ਨਹੀਂ ਪਏ। नहीं, वो स्पेस इसलिए नहीं दे रहे कि मैं तुम दस रही हाँ ना कि जिन्नियां फैमिनिस्ट साढ़े हाँ खास तौर पे लोग ने, उन्होंने आख्या कि असी केओस नू अपना कर सोसाइटी दे ऑर्डर नू चैलेंज करांदे। ਉਹਦੇ 'ਚ ਮੇਰਾ ਫਾਇਦਾ ਨਹੀਂ ਹੋਇਆ, ਉਹਦੇ 'ਚ ਮੇਰਾ ਫਾਇਦਾ ਨਹੀਂ ਹੋਇਆ। ਮੈਨੂੰ ਕੋਈ ਐਸਾ ਰਾਹ ਵਿਖਾਉਣ ਵਾਲਾ ਚਾਹੀਦਾ ਸੀ ਜਿਹੜਾ ਕਹਿੰਦਾ ਕਿ ਤੇਰੇ ਹੱਕਾਂ ਦੀ ਗੱਲ ਕਰਨੀ ਆ ਆਰਡਰ ਵਿੱਚ ਰਹਿ ਕੇ, ਸਿਸਟਮ ਦੇ ਵਿੱਚ ਸੀਪ ਇਨ ਕਰਕੇ। ਅੰਦਰੋਂ ਸਿਸਟਮ ਚੇਂਜ ਹੁੰਦੇ ਨੇ, ਸਿਸਟਮ ਦੇ ਸਾਹਮਣੇ ਵਿਜੀਲਾਂਤੀ ਬਣਨ ਵਾਲੇ ਜਿਹੜੇ ਨੇ ਉਹ ਹਿਸਟਰੀ ਵਿੱਚ ਵਿਜੀਲਾਂਤੀ ਜਾਂ ਰੈਵੋਲੂਸ਼ਨਰੀ ਬਣ ਕੇ ਰਹਿ ਜਾਂਦੇ ਨੇ, ਤੇ ਮੋਸਟ ਆਫ ਦੀ ਟਾਈਮ ਸਿਰਫ ਫਾਇ ਲੱਗਦੇ ਨੇ। ਕਦਰ ਕਰਾਮੀ ਵਾਹ, ਇਹ ਜਿਹੜਾ ਆਰਡਰ ਅਚੀਵ ਹੋ
ਕਿਓਸ ਹੋਊਗਾ ਤੇ ਆਰਡਰ ਅਚੀਵ ਹੋਊਗਾ ਨਾ, ਮਤਲਬ ਨਹੀਂ। ਕਿਓਸ ਤੋਂ ਬਗੈਰ ਅਸੀਂ ਆਰਡਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਅਸੀਂ ਆਰਡਰ ਦੇ ਵਿੱਚ ਰਹਿੰਦੇ ਹੋਏ ਹੀ ਜਿਹੜਾ ਥੋੜਾ ਹੈ ਉਹ ਡੀਵੇਮ ਫੀਲ ਕਰਨਾ ਪੈਂਦਾ ਹੈ, ਪਹਿਲੇ ਕਿਓਟਿਕ ਹੁਣ ਬਹੁਤ ਸਾਰੀ ਕਿਓਟਿਕ ਸਿਚੁਏਸ਼ਨ ਹੈ ਨਾ ਕਿ ਹੁਣ ਬੰਦੇ ਕਹਿੰਦੇ ਆ ਕਿ ਜੀ ਇਹ ਤੇ ਜਾਂ ਅਸੀਂ ਪੁਰਾਣੀਆਂ ਜਿਹੜੀਆਂ ਪੁਰਾਣੇ ਡਰਾਮੇ ਜਾਂ ਪੁਰਾਣੀਆਂ ਜਿਹੜੀਆਂ ਕਹਾਣੀਆਂ ਜਿਨ੍ਹਾਂ ਨੇ ਇਸੇ ਆਰਡਰ ਦੇ ਵਿੱਚ ਰਹਿ ਕੇ ਬਹੁਤ ਖੂਬਸੂਰਤ ਅਸੀਂ ਉਹਨਾਂ ਨੇ ਅੱਛਾ ਅਸੀਂ ਓਪਨ ਮਾਈਕ ਜੀ। ਕਰਾਂਗੇ ਪਹਿਲੇ ਡਾਕਟਰ ਸਾਹਿਬ ਦੀ ਗੱਲ ਸੁਣ ਲਈਏ ਜੀ ਮੈਨੂੰ ਤੁਸੀਂ ਮੈਂ ਅਗਰ ਡਿਟੇਲ ਹੋ ਰਹੀ ਹਾਂ ਤੇ ਮੈਨੂੰ ਹਾਂ ਤੁਸੀਂ ਅੱਛਾ ਹਾਂ, ਕੀਤਾ ਪਹਿਲੇ ਤੁਸੀਂ ਗੱਲ। ਵਾਪਿਸ ਤੇ ਉਹਦੇ ਤੇ ਆ ਜਾਂਦੇ ਆ ਕਿ ਪ੍ਰੋਬਲਮ ਫੈਮਿਨਿਜ਼ਮ ਜਾਂ ਫੈਮਿਨਿਸਟ ਹੋਣ ਨਾਲ ਨਹੀਂ, ਪ੍ਰੋਬਲਮ ਉਹਦੀ ਪ੍ਰੈਕਟਿਸ ਤੇ ਵੇ, ਉਹਦਾ 100% ਰੈਪਲੀਕੇਸ਼ਨ ਫਰੋਮ ਦਾ ਵੈਸਟ ਉੱਤੇ ਵੇ, ਤੇ ਸਾਡੇ ਆਪਣੇ ਜਿਹੜੇ ਪ੍ਰੋਬਲਮ ਨੇ ਕਿਸੇ ਦਿਨ ਅਗਰ ਇਸੇ ਤਰ੍ਹਾਂ ਦੇ ਸੈਸ਼ਨ 'ਚ ਬਹਿ ਕੇ ਕਿਉਂ ਅਸੀਂ ਐਸਾ ਨਹੀਂ ਕਰ ਸਕਦੇ, ਕਾਪੀ ਪੈਨਸਲ ਲੈ ਕੇ ਅਸੀਂ ਪਹਿਲਾਂ ਤੇ ਆਪਣੇ ਪ੍ਰੋਬਲਮਸ ਦੀ ਲਿਸਟ ਬਣਾਈਏ, ਅਸੀਂ ਉਹਨਾਂ ਪ੍ਰੋਬਲਮਸ ਨੂੰ ਕਿਸ ਤਰ੍ਹਾਂ ਐਡਰੈਸ ਕਰਨਾ ਹੈ, ਅਸੀਂ ਉਹਨਾਂ ਪ੍ਰੋਬਲਮਸ ਨੂੰ ਐਡਰੈਸ ਕਰਨ ਵਾਸਤੇ ਟਾਰਗੇਟ ਆਡੀਅנס ਐਜ਼ ਏਮ 'ਚ ਰੱਖੀਏ ਕਿ ਸਾਡੀ ਟਾਰਗੇਟ ਆਡੀਅנס ਜਾਂ ਸਾਡਾ ਪਰਪਸ ਹੈ ਵੇ ਕਿ 5 ਤੋਂ 16 ਸਾਲ ਤੱਕ ਦੀਆਂ ਕੁੜੀਆਂ ਜਿਹੜੀਆਂ ਅੰਡਰ ਪ੍ਰਿਵਿਲੇਜ ਇਲਾਕੇ 'ਚ ਰਹਿੰਦੀਆਂ ਨੇ ਉਹਨਾਂ ਦੇ ਪੈਰੈਂਟਸ ਦੀ ਕੀ ਸਾਈਕੀ ਹੋਵੇ ਦੀ ਕਿ ਉਹਨਾਂ ਨੂੰ ਅਸੀਂ ਕੀ ਰੋਲ ਮਾਡਲ ਪ੍ਰੋਵਾਈਡ ਕਰਾਂਗੇ ਕਿ ਉਹ ਉਹਨਾਂ ਨੂੰ ਸਕੂਲ ਭੇਜਣ, ਉਹਨਾਂ ਵਾਸਤੇ ਰਾਸਤੇ ਖੋਲ੍ਹਣ। ਕਿ ਪੁਆਇੰਟ ਹੈ ਵੇ ਕਿ ਸਾਡੀਆਂ ਜਿਹੜੀਆਂ ਫੈਮਿਨਿਸਟ ਰੈਪਰੈਜ਼ੈਂਟੇਸ਼ਨ ਨੇ ਉਹ ਰੈਜ਼ੋਨੇਟ ਨਹੀਂ ਕਰਦੀਆਂ। ਤੁਸੀਂ ਗੱਲ ਕਰ ਰਹੇ ਹੋ ਨਾ ਕਿਓਸ ਹੋਵੇ ਦਾ ਤੇ ਆਰਡਰ, ਕਿਓਸ ਜਿਹੜਾ ਹੁੰਦਾ ਹੈ ਉਹ ਉਸੇ ਤਰ੍ਹਾਂ ਹੀ ਹੁੰਦਾ। ਕਿਓਸ ਕੀ ਆਈਡੀਆ ਵੇ ਨਾ, ਮੇਰਾ ਆਈਡੀਆ ਇੱਕ ਡਿਫਰੈਂਟ ਆਈਡੀਆ ਵੇ। ਮੈਂ ਗੱਲ ਕਰਨੀ ਆ ਕਿ ਜੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਜਿਹੜੇ ਸਾਡੇ ਇੰਡੀਜਨਸ ਆਰਟਿਸਟ ਨੇ, ਭੰਡ ਨੇ, ਵਿਰਾਸੀ ਨੇ, ਇਹਨਾਂ ਦੇ ਉੱਤੇ ਸਾਨੂੰ ਗੱਲ ਕਰਨੀ ਚਾਹੀਦੀ। ਇਹ ਇੱਕ ਕਿਓਟਿਕ ਆਈਡੀਆ ਹੈ ਇਸ ਸੁਸਾਇਟੀ ਦੇ ਵਿੱਚ। ਇੱਕ ਜਦੋਂ ਮੈਂ ਇਹਦੇ 'ਤੇ ਰਿਸਰਚ ਕਰ ਰਹੀ ਸਾਂ ਤੇ ਮੈਂ ਮਿਲਣ ਗਈ ਤੇ ਉਹਨਾਂ ਨੇ ਆਖਿਆ ਕਿ ਤੂੰ ਉੱਚੀਆਂ ਚੁਬਾਰੀਆਂ ਵਾਲੀ ਤੇ ਇੱਥੇ ਆ ਕੇ ਸਾਨੂੰ ਤੂੰ ਸਾਡੇ ਵਾਸਤੇ ਤੂੰ ਕਿੱਥੋਂ ਇਸ ਦਾ ਲੈਣ ਆਈ ਹੈ। ਮਤਲਬ ਗੱਲ ਮੇਰਾ ਥੀ ਉਹਦੇ 'ਚ ਮੇਰੀ ਰਿਸਰਚ ਐਸੀ ਕਿ ਜੋ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਿਉਂ ਜ਼ਾਤ ਬਦਲ ਕੇ ਕਿਤੇ ਹੋਰ ਸ਼ਿਫਟ ਹੁੰਦੇ ਨੇ, ਇੰਨਾ ਇਨਹਿਊਮਨ ਐਟੀਟਿਊਡ ਕਿਉਂ ਹੈ, ਠੀਕ ਹੈ ਨਾ। ਤੇ ਇਹ ਇੱਕ ਕਿਓਟਿਕ ਆਈਡੀਆ ਹੈ ਲੇਕਿਨ ਇਹਨੂੰ ਬਹੁਤ ਸਟਲ ਤਰੀਕੇ ਨਾਲ ਤੁਸੀਂ ਸੀ ਕਰਦੇ ਹੋ ਸੁਸਾਇਟੀ ਦੇ ਵਿੱਚ। ਫਿਰ ਉਹਦੇ ਬਾਅਦ ਇੱਕ ਜਿਵੇਂ ਮੈਰਿਜ ਦਾ ਆਈਡੀਆ ਹੈ, ਅਕੇਲੀ ਔਰਤ ਦਾ ਆਈਡੀਆ ਹੈ, ਉਹਨੂੰ ਤੁਸੀਂ ਬੜੇ ਸਟਲ ਤਰੀਕੇ ਨਾਲ ਸੁਸਾਇਟੀ ਦੇ ਵਿੱਚ ਐਡ ਕਰਦੇ ਹੋ। ਅਗਰ ਮੈਂ ਆਪਣੀ ਐਗਜ਼ਾਮਪਲ ਦੇਵਾਂ ਤੇ ਮੈਂ ਮੈਰਿਜ ਦੇ ਐਕਸਪੀਰੀਅੰਸ ਦੇ ਬਾਅਦ ਆਪਣੇ ਪੈਰੈਂਟਸ ਨਾਲ ਗੱਲ ਕੀਤੀ ਸੀ ਕਿ ਮੈਂ ਉਹਨਾਂ ਦੇ ਘਰ ਨਹੀਂ ਰਹਿਣਾ, ਠੀਕ ਹੈ ਨਾ। ਤੇ ਮੈਂ ਇੰਡੀਪੈਂਡੈਂਟਲੀ ਅਲੱਗ ਰਹਿਣਾ ਹੈ ਲੇਕਿਨ ਤੁਹਾਡੇ ਤੋਂ ਡਿਟੈਚ ਹੋ ਕੇ ਨਹੀਂ ਰਹਿਣਾ, ਠੀਕ ਹੈ ਨਾ। ਤੇ ਉਹਨਾਂ ਨੇ ਮੈਨੂੰ ਅਲਾਓ ਕੀਤਾ। ਮੈਂ ਪਿਛਲੇ 15 ਸਾਲ ਤੋਂ ਇਕੱਲੀ ਪੀ ਰਹੀ ਹਾਂ, 15-20 ਸਾਲ ਤੋਂ ਮੈਂ ਬਿਲਕੁਲ ਇਕੱਲੀ ਪੀ ਰਹੀ ਹਾਂ, ਲੇਕਿਨ ਮੇਰਾ ਘਰ ਵਿਦ ਦੈਟ ਪੈਸੇਜ ਆਫ ਟਾਈਮ ਇੱਕ ਹੱਬ ਬਣ ਗਿਆ ਪੂਰੀ ਫੈਮਿਲੀ ਦੇ ਇਕੱਠੇ ਹੋਣ ਦਾ। ਉਹ ਇਹ ਵੀ ਤੇ ਕਰ ਸਕਦੇ ਸਨ ਕਿ ਨਹੀਂ ਤੇਰੀ ਸ਼ਾਦੀ ਜਿਹੜੀ ਇਹ ਬਹੁਤ ਕਿਓਟਿਕ ਜੀ ਚੀਜ਼ ਸੀ, ਇੱਕ ਪ੍ਰੋਬਲਮੈਟਿਕ ਚੀਜ਼ ਸੀ, ਨਹੀਂ ਰਹਿ ਸਕੀ, ਯੂ ਡਿਸਾਈਡਡ ਟੂ ਗੈਟ ਆਊਟ ਆਫ ਇਟ, ਤੇ ਹੁਣ ਤੇਰੇ ਵਾਸਤੇ ਅਸੀਂ ਕੁਝ ਹੋਰ ਬੰਦੋਬਸਤ ਕਰਨੇ ਆ। ਟ੍ਰੈਡੀਸ਼ਨਲੀ ਇਹ ਹੋਣਾ ਚਾਹੀਦਾ ਸੀ ਨਾ। ਮੈਂ ਉਹਨਾਂ ਨੂੰ ਕਿਹਾ ਜੀ ਨਹੀਂ ਚਾਹੀਦਾ ਬੰਦੋਬਸਤ, ਤੁਸੀਂ ਕਿਉਂ ਬੰਦੋਬਸਤ ਕਰੋਗੇ, ਬੰਦੋਬਸਤ ਹੈਜ਼ ਟੂ ਬੀ ਵੈਰੀ ਆਰਗੈਨਿਕ। ਮੈਂ ਤਿਆਰ ਨਹੀਂ, ਮੈਂ ਜ਼ਿੰਦਗੀ ਵਿੱਚ ਇੱਕ ਐਕਸਪੀਰੀਅੰਸ ਕਰ ਲਿਆ, ਮੈਂ ਕੁਝ ਹੋਰ ਐਕਸਪਲੋਰ ਕਰਨਾ ਚਾਹੁੰਦੀ ਹਾਂ। ਇਹਦੇ ਤੋਂ ਜ਼ਿਆਦਾ ਫੈਮਿਨਿਸਟ ਆਈਡੀਆ ਤੁਹਾਨੂੰ ਕਿੱਥੇ ਮਿਲੇਗਾ। ਲੇਕਿਨ ਇਸ ਫੈਮਿਨਿਸਟ ਆਈਡੀਆ ਵਾਸਤੇ ਤੇ ਉਹ ਐਕਸਪਲੋਰ ਕਰਨ ਵਾਸਤੇ ਮੈਂ ਇਹ ਬਿਲਕੁਲ ਨਹੀਂ ਕੀਤਾ ਕਿ ਮੈਨੂੰ ਮਰਦਾਂ ਤੋਂ ਨਫ਼ਰਤ ਹੈ। ਮੈਂ ਸੁਸਾਇਟੀ ਦੇ ਕਿਸੇ ਨੋਰਮ ਨੂੰ ਮੰਨਦੀ ਨਹੀਂ ਤੇ ਮੈਂ ਇਕੱਲੀ ਹਾਂ ਤੇ ਕੋਈ ਓਪਨ ਡੋਰ ਮੇਰੀ ਪਾਲਿਸੀ ਹੈ। ਮੈਂ ਹਰ ਚੀਜ਼ ਨੂੰ ਜ਼ਿਹਨ 'ਚ ਰੱਖਿਆ, ਇੱਕ ਸਟੈਪ ਐਟ ਅ ਟਾਈਮ ਹੈ ਨਾ, ਕਿ ਤੁਸੀਂ ਇੱਕ ਮੁਹੱਲੇ ਵਿੱਚ ਇਕੱਲੇ ਵੀ ਰਹਿੰਦੇ ਹੋ, ਫਿਰ ਨਾਲ ਵਾਲਿਆਂ ਨੂੰ ਵੀ ਤੁਹਾਡੇ ਨਾਲ ਕੰਫਰਟੇਬਲ ਹੋਣਾ, ਇਹ ਵੀ ਕਿਓਸ ਵਿੱਚ ਜਾਣ ਦਾ ਇੱਕ ਸਟੈਪ ਹੈ। ਉਹਦੇ ਬਾਅਦ ਤੁਸੀਂ ਉਹ ਜਦੋਂ ਕੰਫਰਟੇਬਲ ਹੋ ਜਾਣ ਫਿਰ ਤੁਹਾਡੇ ਫੈਮਿਲੀ ਵੀ ਆਉਂਦੀ ਹੈ, ਉਹ ਕੰਫਰਟੇਬਲ ਤੁਸੀਂ ਫਿਰ। ਅਤੇ ਮੇਰੇ ਨਾਲ ਪਰਸਨਲੀ ਐਸਾ ਹੋਇਆ ਕਿ ਕੋਈ ਜਾਣਨ ਵਾਲੇ ਸਨ, ਉਹ ਕੁੜੀ ਨੇ ਲਾਅ ਕੀਤਾ ਸੀ, ਪ੍ਰੈਕਟਿਸ ਵੀ ਕਰਦੀ ਸੀ, ਜਿਵੇਂ ਪੈਰੈਂਟਸ ਨੇ ਸ਼ਾਦੀ ਕਰਨੀ ਸੀ ਪ੍ਰੈਕਟਿਸ ਕਰਦੀ ਦੀ, ਪ੍ਰੈਕਟਿਸ ਛੁਡਵਾਈ, ਸ਼ਾਦੀ ਕੀਤੀ, 2 ਸਾਲ ਬਾਅਦ ਉਹਦੀ ਡਾਈਵੋਰਸ ਹੋ ਗਈ। ਉਹਦਾ ਇਕਲੌਤਾ ਆਰਗੂਮੈਂਟ ਉਹਦੇ ਬਾਪ ਦੇ ਸਾਹਮਣੇ ਸੀ ਕਿ ਤੁਸੀਂ ਮੈਨੂੰ ਕਿਵੇਂ ਕਹਿ ਸਕਦੇ ਹੋ ਜੇ ਸ਼ਾਜ਼ੀਆ ਇਸ ਤਰ੍ਹਾਂ ਇਕੱਲਿਆਂ ਰਹਿ ਕੇ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਕਰ ਸਕਦੀ, ਉਹਦੀ ਫੈਮਿਲੀ ਵਾਸਤੇ ਕੋਈ ਪ੍ਰੋਬਲਮ, ਤੇ ਮੈਂ ਕਿਉਂ ਨਹੀਂ ਇਕੱਲੀ ਰਹਿ ਸਕਦੀ। ਇਹ ਕਿਓਸ ਦਾ ਆਰਡਰ ਦੇ ਵਿੱਚ ਜਾਣ ਐਸੀ ਵਾਸਤੇ ਮੈਂ ਨਹੀਂ ਹੈ ਬਹੁਤ ਪੇਨਫੁਲ ਹੈ। ਇਹਦੇ ਵਾਸਤੇ ਮੇਰਾ ਸੈਕਰੀਫਾਈਸ ਕੀ ਹੈ, ਇਹਦੇ ਵਾਸਤੇ ਮੇਰਾ ਸੈਕਰੀਫਾਈਸ ਹੈ ਕਿ ਹੋ ਸਕਦਾ ਹੈ ਮੇਰੇ ਅੰਦਰ ਵੀ ਮਸਤ ਮੌਜ ਹੋਵੇ
ਪਰ ਮੈਂ ਸੋਚਦੀ ਹਾਂ ਵੀ ਕਿ ਉਹ ਇੱਕ ਬੱਚੀ ਜਿਹੜੀ ਆਉਂਦੀ ਹੈ ਨਾ ਵੀ ਉਹਦਾ ਰਾਹ ਬੰਦ ਹੋ ਜਾਏਗਾ ਮੇਰੀ ਮਸਤ ਮੌਜ ਨਾਲ, ਕਿਉਂਕਿ ਇਹ ਸਲੋ ਪ੍ਰੋਸੈਸ ਹੈ। ਇਹਨਾਂ ਨੂੰ ਪਹਿਲਾਂ ਆਦੀ ਹੋ ਲੈਣ ਦੇਵੋ ਕੱਲੀ ਬੀਬੀ ਵੇਖਣ ਦੀ, ਇਹਨਾਂ ਨੂੰ ਆਦੀ ਹੋ ਲੈਣ ਦੇਵੋ ਇਸ ਗੱਲ ਵਾਸਤੇ ਕਿ ਇਹ ਕੱਲੀ ਇਹ ਫੰਕਸ਼ਨਲ ਇੰਡੀਪੈਂਡੈਂਟ ਹੈ, ਫਿਰ ਵੀ ਪਿਓ ਭਰਾ ਸਿਰ ਤੇ ਅੱਜ ਫਨ ਰੱਖ ਕੇ ਖਲੋਤੇ ਨੇ। ਇਹਨਾਂ ਨੂੰ ਥੋੜ੍ਹੇ ਜਿਹੇ ਆਦੀ ਹੋ ਲੈਣ ਦਿਓ, ਇਹਨਾਂ ਨੂੰ ਆਦੀ ਹੋ ਲੈਣ ਦੇਵੋ ਕਿ ਬੜੀ ਬੋਲਡ ਗੱਲ ਕਰਦੀ ਹੈ, ਬਹੁਤ ਜੁਗਤਾ ਕਰਦੀ ਹੈ, ਮਜ਼ਾਕ ਕਰਦੀ ਹੈ, ਪਰ ਸਪੇਸ ਹੈ, ਇਸ ਸਪੇਸ ਤੋਂ ਅੱਗੇ ਨਹੀਂ ਵਧਣਾ। ਇਹ ਸਲੋਲੀ ਜਦੋਂ ਅਸੀਂ ਇਸ ਚੀਜ਼ ਨੂੰ ਕਰਾਂਗੇ ਤੇ ਸੁਸਾਇਟੀ ਆਹਿਸਤਾ ਆਹਿਸਤਾ, ਨਹੀਂ ਤੁਸੀਂ ਅੱਜ ਇਹ ਸਮਝ ਸਕਦੇ ਹੋ ਕਿ ਅੱਜ ਸਾਡੀ ਸੁਸਾਇਟੀ ਉਹ ਹੀ ਹੈ ਜਿਹੜੀ 20 ਸਾਲ ਪਹਿਲਾਂ 30 ਸਾਲ ਪਹਿਲਾਂ, ਨਹੀਂ, ਚੇਂਜ ਹੁੰਦੀਆਂ ਨੇ ਚੀਜ਼ਾਂ, ਐਕਸੈਪਟ ਹੁੰਦੀਆਂ। ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਅੱਜ ਹੀ ਕੱਪੜੇ ਪਾੜ ਕੇ ਸੜਕਾਂ ਤੇ ਨਿਕਲੀਏ ਤੇ ਅਸੀਂ ਅੱਜ ਹੀ ਆਖੀਏ ਕਿ ਜੀ ਸਾਨੂੰ ਐਕਸੈਪਟ ਕਰ ਲਓ। ਇਹ ਸੁਸਾਇਟੀ ਕਿਤੇ ਵੀ ਨਹੀਂ ਕੀਤਾ। ਇਸ ਗੱਲ ਨੂੰ ਛੱਡ ਦੇਵੋ ਕਿ ਸਾਡਾ ਮਜ਼ਹਬ, ਸਾਡਾ ਕਲਚਰ ਕੀ ਹੈ, ਇਹ ਕਿਤੇ ਵੀ ਕਿਸੇ ਸੁਸਾਇਟੀ 'ਚ ਇਹ ਚੀਜ਼ ਐਕਸੈਪਟਡ ਨਹੀਂ। ਹੁਣ ਤੁਸੀਂ ਅਗਰ ਵੈਸਟ ਨੂੰ ਵੇਖੋ, ਅਸੀਂ ਗੱਲ ਪੇ ਇਹ ਕਰਦੇ ਸਾਂ ਕਿ ਜੀ ਮਰਦਾਨਾ ਉਜ਼ਵ ਤੇ ਜ਼ਨਾਨਾ ਉਜ਼ਵ ਨੂੰ ਤੁਸੀਂ ਸਰਜਰੀ ਨਾਲ ਰਿਮੂਵ ਕਰਾ ਕੇ ਤੇ ਉਹ ਤੁਸੀਂ ਪਲਾਸਟਿਕ ਦੀ ਕੋਈ ਚੀਜ਼ ਲਵਾ ਸਕਦੇ ਹੋ, ਬਕਾਇਦਾ ਇਹਦੇ ਕਲੀਨਿਕ ਨੇ, ਤੁਸੀਂ ਆਪਣੀ ਏਜੰਸੀ ਨੂੰ ਇਸ ਹੱਦ ਤੱਕ ਐਕਸਰਸਾਈਜ਼ ਕਰ ਸਕਦੇ ਹੋ। ਉਹਦੇ ਬਾਅਦ ਹੁੰਦਾ ਕੀ ਹੈ ਪਿਆ, ਜਿਹੜੇ ਸਭ ਤੋਂ ਵੱਡੇ ਇਨਫਲੂਐਂਸਰ ਨੇ ਟਕਰ ਕਾਰਲਸਨ ਤੇ ਕੈਂਡਸ ਓਵਨ ਵਰਗੇ, ਜਿਨ੍ਹਾਂ ਦੇ 5-5 ਮਿਲੀਅਨ ਫਾਲੋਅਰਸ ਨੇ, ਇੱਕ ਪ੍ਰੋਗਰਾਮ ਉਹਨਾਂ ਦਾ ਅੱਧੇ ਘੰਟੇ ਬਾਅਦ 2 ਮਿਲੀਅਨ ਲੋਕਾਂ ਨੇ ਵੇਖਿਆ ਹੁੰਦਾ। ਉਹ ਗੱਲ ਕੀ ਪੇ ਕਰਦੇ ਨੇ, ਫੈਮਿਲੀ ਯੂਨਿਟ, ਰਿਲੀਜਨ, ਆਰਡਰ ਐਂਡ ਸਿਸਟਮ ਚੱਲ ਨਹੀਂ ਸਕਦਾ। ਇਹ ਮੰਨਿਆ ਕਿ ਇਹਦੇ ਵਿੱਚ ਬਹੁਤ ਸਬਜੂਗੇਸ਼ਨ ਹੋਵੇਗੀ, ਪਰ ਇੱਕ 8 ਸਾਲ ਦੇ ਬੱਚੇ ਨੂੰ ਇਹ ਆਜ਼ਾਦੀ ਦੇਣਾ ਕਿ ਤੂੰ ਡਿਸਾਈਡ ਕਰ ਲੈ ਤੇਰੀ ਜੈਂਡਰ ਕੀ ਹੈ, ਤੇ ਮੈਂ ਲੀਕ ਲੈ ਕੇ ਕਿੱਥੇ ਵੀ ਜਾਣੀ ਹੈ। ਮੈਂ ਇਹ ਆਖਣਾ ਚਾਹੁੰਦੀ ਹਾਂ ਵੀ ਕਿ ਆਜ਼ਾਦੀ ਨੂੰ ਜਦੋਂ ਤੱਕ ਅਸੀਂ ਬਹਿ ਕੇ ਇੱਥੇ ਹੱਕ ਨੂੰ ਡਿਫਾਈਨ ਨਹੀਂ ਕਰਾਂਦੇ, ਅਸੀਂ ਉਸੇ ਰਾਹ ਤੇ ਟੁਰ ਪਏ ਹਾਂ। ਤੇ ਅਸੀਂ ਉਹਨਾਂ ਨੂੰ ਵੇਖ ਕਿਉਂ ਨਹੀਂ ਲੈਂਦੇ ਕਿ ਅਲਟੀਮੇਟਲੀ ਉਹਨਾਂ ਨੇ ਐਬਸੋਲੂਟ ਫਰੀडम ਤੇ ਐਬਸੋਲੂਟ ਹਿਊਮਨ ਏਜੰਸੀ ਹਾਸਿਲ ਕਰਕੇ ਉਹ ਫਿਰ ਆਉਂਦੇ ਨੇ ਵੀ ਸਾਨੂੰ ਫੈਮਿਲੀ ਯੂਨਿਟ ਚਾਹੀਦਾ, ਸਾਨੂੰ ਮਜ਼ਹਬ ਚਾਹੀਦਾ, ਸਿਸਟਮ ਐਂ ਚੱਲ ਨਹੀਂ ਸਕਦਾ। ਤੇ ਸਾਨੂੰ ਇਹ ਕਿਵੇਂ ਲੱਗਦਾ ਹੈ ਕਿ ਹਿਸਟਰੀ 'ਚ ਇਹ ਐਕਸਪੈਰੀਮੈਂਟ ਪਹਿਲਾਂ ਨਹੀਂ ਹੋਇਆ ਹੋਏਗਾ, ਅਸੀਂ ਇਕੱਲੇ ਹੀ ਹਾਂ ਇੱਥੇ ਇਹ ਨਾਰੇ ਮਾਰਨ ਵਾਲੇ। ਇਹ ਬਹੁਤ ਦਫਾ ਹਿਸਟਰੀ 'ਚ ਹੋਇਆ ਹੋਏਗਾ, ਪਤਾ ਕਿੰਨੀਆਂ ਲਾਇਬ੍ਰੇਰੀਆਂ ਸੜੀਆਂ ਤੇ ਕਿੰਨਾ ਕੀ ਡਾਕੂਮੈਂਟ ਹੋਇਆ ਤੇ ਕੀ ਨਹੀਂ ਹੋਇਆ। ਅਸੀਂ ਅਕਲੋਤੇ ਹੀ ਹਾਂ ਜਿਨ੍ਹਾਂ ਨੇ ਇਹ ਆਖਿਆ ਕਿ ਜੀ ਮੈਂ ਵਾਂ ਤੇ ਮੇਰੀ ਸੁਣੋ ਤੇ ਮੇਰੀ ਮੰਨੋ। ਅਸਾਂ ਵੇਖੋ ਇਸ ਪੂਰੀ ਗੱਲ ਦੇ ਵਿੱਚ ਤੁਹਾਨੂੰ ਲੱਗਿਆ ਹੋਵੇਗਾ ਕਿ ਇਸ ਬੀਬੀ ਨੇ ਜਿਹੜੀ ਪੂਰੀ ਗੱਲ ਕੀਤੀ ਉਹਦੇ 'ਚ ਔਰਤਾਂ ਦਾ ਹੱਕ ਤੇ ਗਵਾਚ ਹੀ ਗਿਆ ਨਾ। ਤੇ ਇਹ ਤੁਸੀਂ ਵੇਖ ਲਓ, ਇਹ ਫੈਮਿਨਿਸਟ ਇਸੇ ਤਰੀਕੇ ਨਾਲ ਫੈਮਿਨਿਜ਼ਮ ਔਰਤਾਂ ਦਾ ਹੱਕ ਗਵਾ ਛੱਡਦਾ, ਕਿਉਂਕਿ ਡਿਬੇਟ ਜਿਹੜੀ ਉਹ ਡਿਰੇਲ ਹੋ ਜਾਂਦੀ ਹੈ। ਸਾਡੀ ਇੱਥੇ ਔਰਤ ਦੇ ਹੱਕ ਦੀ ਲੜਾਈ ਜਿਹੜੀ ਹੈ, ਜਾਂ ਉਹਦੇ ਪ੍ਰੋਬਲਮਸ ਦੀ ਲੜਾਈ, ਜਾਂ ਉਹਦੇ ਮਸਾਇਲ ਦੀ ਲੜਾਈ, ਉਹਦੀ ਏਜੰਸੀ ਦੀ ਲੜਾਈ ਨਹੀਂ। ਮੈਂ ਅਕਸਰ ਇਹ ਮਿਸਾਲ ਦੇਣੀ ਆ ਕਿ ਸਾਡੀ ਔਰਤ ਇੱਥੇ ਦੀ ਜਿਹੜੀ ਹੈ ਉਹ ਤਾਕੂ ਨੂੰ ਚੌਧਰੀ ਲਿਆਕਤ ਬਣਾਉਣ ਵਾਲੀ ਹੈ। ਜਿਹੜੇ ਵੱਡੇ ਵੱਡੇ ਪੱਗਾਂ ਵਾਲੇ ਬੜੇ ਬੜੇ ਸੂਰਮੇ ਨੇ ਪੈਦਾ ਔਰਤ ਨੇ ਕੀਤੇ ਨੇ, ਹੱਥੋਂ ਬਣਾਉਂਦੀਆਂ ਨੇ। ਇਹਨੂੰ ਅਸੀਂ ਤਾਕਤ ਕਿਉਂ ਨਹੀਂ ਸਮਝ ਸਕਦੇ? ਇਹ ਨਹੀਂ ਤਾਕਤ ਕਿ ਮਤਲਬ ਵੱਡੀ ਚੀਜ਼ ਜਿਹੜੀ ਉਹ ਕੀ ਇੱਕ ਚੀਜ਼ ਕੀ ਹੁੰਦੀ ਹੈ। ਇੱਕ ਬੱਚਾ ਵੈਸਟ ਦਾ ਹੈ ਨਹੀਂ ਤਾਲੁਕ, ਵੈਸਟ ਵਿੱਚ ਬੱਚਾ ਸਟੇਟ ਦੀ ਜ਼ਿੰਮੇਵਾਰੀ ਹੈ। ਹੁਣ ਤੁਸੀਂ ਸੁੱਟ ਸੁੜੋਦੇ, ਸਟੇਟ ਲੈ ਜਾਏਗੀ।